ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਅੱਜ ਦਾ ਵਿਸ਼ਾ ਹੈ ਕੇਸ। ਪੰਜ ਕਕਾਰਾਂ ਵਿੱਚੋਂ ਜਿਹੜਾ ਪਹਿਲਾ ਕੱਕਾ ਹੈ ਕੇਸ। ਕੇਸਾਂ ਦੀ ਕੀ ਮਹੱਤਤਾ ਹੈ, ਹਿੰਦੂਆਂ ਅਤੇ ਮੁਸਲਮਾਨਾਂ ਲਈ ਵੀ ਕੇਸ ਰੱਖਣੇ ਕਿਵੇਂ ਜ਼ਰੂਰੀ ਹਨ, ਇਹਨਾਂ ਸਾਰੀਆਂ ਹੀ ਗੱਲਾਂ ਦੇ ਜਵਾਬ ਜਾਂ ਇਸ ਬਾਰੇ ਜਾਣਕਾਰੀ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚੋਂ ਮਿਲੇਗੀ। ਸੋ ਵੀਡੀਓ ਨੂੰ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਆਪਾਂ ਅੱਗੇ ਵੀ ਇਵੇਂ ਦੀਆਂ ਨੌਲੇਜ ਵਾਲੀਆਂ ਵੀਡੀਓਜ਼ ਤੁਹਾਡੇ ਕੋਲ ਲੈ ਕੇ ਆਉਂਦੇ ਰਹਾਂਗੇ। ਸੋ ਹੁਣ ਆਪਾਂ ਵਿਆਖਿਆ ਕਰਦੇ ਹਾਂ ਕੇਸਾਂ ਦੀ, ਤੇ ਹੋਰ ਵੀ ਜੋ ਇਸ ਨਾਲ ਸੰਬੰਧਿਤ ਗੱਲਾਂ ਨੇ ਉਹਨਾਂ ਬਾਰੇ ਵੀ ਆਪਾਂ ਜਾਣਾਂਗੇ। ਸੋ ਹੁਣ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ। ਕੇਸ ਵਾਹਿਗੁਰੂ ਦੀ ਕੁਦਰਤੀ ਦਾਤ ਹੈ। ਜੈਸੇ ਸਰੀਰ ਦੇ ਹਰ ਇੱਕ ਹਿੱਸੇ ਦੀ ਸੁੰਦਰਤਾ ਲਈ ਵਾਹਿਗੁਰੂ ਨੇ ਸਰੀਰ ਤੇ ਕਈ ਤਰ੍ਹਾਂ ਦੀ ਚਿੱਤਰਕਾਰੀ ਕੀਤੀ ਹੈ। ਹਰ ਇੱਕ ਜਗ੍ਹਾ ਸਰੀਰ ਤੇ ਯੋਗ ਅੰਗ ਤੇ ਯੋਗ ਚੀਜ਼ਾਂ ਮੁਕਰਰ ਕਰ ਦਿੱਤੀਆਂ ਹਨ। ਜੈਸੇ ਸਰੀਰ ਤੇ ਇੰਦਰੀਆਂ ਤੇ ਰੋਮਾਂਟਿਕ। ਵਾਹਿਗੁਰੂ ਵੱਡਾ ਕਾਰੀਗਰ ਹੈ ਤੇ ਉਸਨੇ ਲੱਤਾਂ, ਬਾਹਾਂ ਅਤੇ ਉਂਗਲੀਆਂ ਆਦਿ ਵਿੱਚ ਜੋੜ ਲਗਾ ਦਿੱਤੇ ਹਨ। ਇਸੇ ਤਰ੍ਹਾਂ ਸਰੀਰ ਦੀ ਸੁੰਦਰਤਾ ਲਈ ਸਰੀਰ ਦੇ ਕੇਸ ਪੈਦਾ ਕੀਤੇ ਹਨ। ਕੇਸ ਕੁਦਰਤੀ ਚੀਜ਼ ਹੈ ਤੇ ਸਰੀਰ ਦੀ ਸ਼ੋਭਾ ਨੂੰ ਵਧਾਉਂਦੀ ਹੈ। ਇਸ ਤਰ੍ਹਾਂ ਰੱਬੀ ਯਾਨੀ ਕੁਦਰਤੀ ਚੀਜ਼ ਹੋਣ ਕਰਕੇ ਹਰ ਇੱਕ ਅਵਤਾਰ ਰਿਸ਼ੀ ਮੁਨੀ ਕੇਸ ਰੱਖਦੇ ਆਏ ਹਨ। ਜੈਸੇ ਇੱਕ ਪ੍ਰਸੰਗ ਹੈ, ਜਦੋਂ ਪਰਸ਼ੂਰਾਮ ਜੀ ਦੇ ਪਿਤਾ ਜਮਦਗਨ ਸਹੰਸਰ ਬਾਹੂ ਦੇ ਹੱਥੋਂ ਮਾਰਿਆ ਗਿਆ ਤਾਂ ਪਰਸ਼ੂਰਾਮ ਨੇ ਛੋਟੇ ਹੁੰਦਿਆਂ ਹੀ ਮਨ ਵਿੱਚ ਠਾਣ ਲਈ ਕਿ ਮੇਰੇ ਪਿਤਾ ਨੂੰ ਮੇਰੇ ਮਾਸੜ ਸਹੰਸਰ ਬਾਹੂ ਛਤਰੀ ਨੇ ਮਾਰਿਆ ਹੈ, ਇਸੇ ਵਾਸਤੇ ਮੈਂ ਸਾਰੇ ਛਤਰੀ ਮੁਕਾ ਕੇ ਹੀ ਬਸ ਕਰਾਂਗਾ। ਸੋ ਛਤਰੀਆਂ ਦੇ ਮਾਰਨ ਲਈ ਇਸ ਨੇ ਤਕੜੇ ਹੋ ਕੇ ਸਵਾ ਮਣ ਦਾ ਕੁਹਾੜਾ ਮੋਢੇ ਤੇ ਰੱਖਿਆ ਤੇ ਇੱਕ ਕੁੰਡ ਯਾਨੀ ਤਲਾਬ ਵਰਗਾ ਬਣਾ ਲਿਆ। ਛਤਰੀਆਂ ਨੂੰ ਮਾਰ ਕੇ ਉਸ ਵਿੱਚ ਉਹ ਲਹੂ ਨਿਚੋੜ ਲੈਂਦਾ ਤੇ ਉਸ ਵਿੱਚ ਨਹਾ ਕੇ ਆਪਣੀ ਹਿੱਕ ਠੰਡੀ ਕਰਦਾ। ਇਸੇ ਤਰ੍ਹਾਂ 21 ਵਾਰ ਛਤਰੀਆਂ ਤੇ ਧਾਵਾ ਕੀਤਾ ਸੀ। ਉਸ ਵਕਤ ਜਿਹੜੇ ਛਤਰੀ ਡਰਾਕਲ ਸਨ ਉਹਨਾਂ ਨੇ ਆਪਣੇ ਕੇਸ ਕਟਾ ਦਿੱਤੇ ਤੇ ਵਿਚਕਾਰ ਕੇਸਾਂ ਦੀ ਨਿਸ਼ਾਨੀ ਬੋਦੀ ਰੱਖ ਲਈ ਤੇ ਇਹ ਡਾਕੂਆਂ ਵਾਲੀ ਸ਼ਕਲ ਬਣਾ ਲਈ ਤੇ ਆਪਣੇ ਆਪ ਨੂੰ ਬਚਾ ਲਿਆ। ਉਹਨਾਂ ਵੱਲ ਵੇਖ ਕੇ ਬਾਕੀ ਦੇ ਲੋਕਾਂ ਨੇ ਵੀ ਉਹੀ ਰਸਮ ਅਖਤਿਆਰ ਕਰ ਲਈ, ਵਿਚਕਾਰ ਥੋੜੇ ਜਿਹੇ ਕੇਸ ਰੱਖ ਲੈਣੇ ਤੇ ਲਾਂਭੋ ਮਨਾ ਛੱਡਣੇ। ਜਿਸ ਤਰ੍ਹਾਂ ਅੱਜ ਕੱਲ੍ਹ ਮਦਰਾਸੀ ਲੋਕਾਂ ਦੇ ਵਿਚਕਾਰ ਕੇਸ ਰੱਖ ਕੇ ਜੂੜੇ ਕੀਤੇ ਹੋਏ ਹਨ ਤੇ ਲਾਂਭੋ ਮਨਾ ਛੱਡਦੇ ਹਨ। ਇਹੋ ਜਿਹਾ ਕੇਸ ਮੁੰਨਣ ਦਾ ਰਿਵਾਜ ਉਸ ਵਕਤ ਤੋਂ ਪਿਆ, ਨਹੀਂ ਤੇ ਪਹਿਲਾਂ ਸਭ ਕੇਸਧਾਰੀ ਲੋਕ ਸਨ। ਜਦ ਪਰਸ਼ੂਰਾਮ ਛਤਰੀਆਂ ਨੂੰ ਮਾਰਦਾ ਫਿਰਦਾ ਸੀ ਤਾਂ ਇਸ ਨੂੰ ਪਤਾ ਲੱਗ ਗਿਆ ਕਿ ਸ਼੍ਰੀ ਰਾਮਚੰਦਰ ਜੀ ਸੀਤਾ ਨੂੰ ਵਿਆਹ ਕੇ ਅਯੋਧਿਆਪੁਰੀ ਨੂੰ ਆ ਰਹੇ ਹਨ। ਤਾਂ ਇਹ ਸ਼੍ਰੀ ਰਾਮਚੰਦਰ ਜੀ ਦੇ ਮਾਰਨ ਲਈ ਰਸਤੇ ਵਿੱਚ ਉਹਨਾਂ ਨੂੰ ਜਾ ਮਿਲਿਆ। ਤਾਂ ਇਸ ਨੂੰ ਦੇਖ ਕੇ ਲਕਸ਼ਮਣ ਜੀ ਨੇ ਸ਼੍ਰੀ ਰਾਮਚੰਦਰ ਜੀ ਨੂੰ ਪੁੱਛਿਆ ਕਿ ਭਰਾਤਾ ਜੀ ਹੁਕਮ ਦੇਵੋ ਤਾਂ ਕਹੋ ਬਾਰਦ ਉਤਾਰੋ, ਕਹੋ ਭੁਜਾ ਘਾਟ ਡਾਰੋ, ਸੀਸ ਤੇ ਉਤਾਰੋ, ਕਹੋ ਚੂਰਾ ਕਾਟ ਲੀਜੀਏ। ਅੱਗੋਂ ਇਤਨੀ ਗੱਲ ਸੁਣ ਕੇ ਪਰਸ਼ੂਰਾਮ ਬ੍ਰਾਹਮਣ ਜੋ ਕਿ ਇੱਕ ਅਵਤਾਰ ਹੋਇਆ ਹੈ ਨੇ ਕਿਹਾ ਕਿ ਹੋਰ ਭਾਵੇਂ ਕੁਛ ਕਰੋ ਭਾਵੇਂ ਨਾ ਕਰੋ, ਪਰ ਕੇਸਾਂ ਨੂੰ ਹੱਥ ਨਹੀਂ ਲਾਉਣ ਦੇਣਾ। ਫਿਰ ਪਰਸ਼ੂਰਾਮ ਤੇ ਸ਼੍ਰੀ ਰਾਮਚੰਦਰ ਜੀ ਦੇ ਪਰਸਪਰ ਵਚਨ ਹੋਣ ਕਰਕੇ ਆਪੋ ਵਿੱਚ ਸੁਲਾਹ ਹੋ ਗਈ। ਪਰੰਤੂ ਇਹ ਸਾਖੀ ਤੋਂ ਪਤਾ ਲੱਗਦਾ ਹੈ ਕਿ ਪਰਸ਼ੂਰਾਮ ਜੀ ਨੂੰ ਕੇਸਾਂ ਨਾਲ ਕਿਤਨਾ ਪਿਆਰ ਸੀ। ਇਸੇ ਤਰ੍ਹਾਂ ਰੁਕਮਣੀ ਦੇ ਭਰਾ ਰੁਕਮਈਆ ਨੇ ਯੁੱਧ ਸਮੇਂ ਆਪਣੇ ਕੇਸ ਨਹੀਂ ਸੀ ਮੁੰਨਣ ਦਿੱਤੇ ਤੇ ਕੰਸ ਰਾਜੇ ਦੇ ਸਿਰ ਪਰ ਵੀ ਕੇਸ ਸਨ। ਜੈਸੇ ਤੁਕ ਹੈ ਕੰਸ ਕੇਸੀ ਪਕੜ ਪਛਾੜਾ ਇਤਿਆਦਿਕ ਪ੍ਰਸੰਗਾਂ ਤੋਂ ਅਤੇ ਪੁਰਾਤਨ ਪੁਸਤਕਾਂ ਤੇ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਰਿਸ਼ੀ ਮੁਨੀ ਆਦਿਕ ਸਭ ਕੇਸਧਾਰੀ ਸਨ। ਸੋ ਹਿੰਦੂਆਂ ਨੂੰ ਵੀ ਕੇਸ ਰੱਖਣੇ ਜ਼ਰੂਰੀ ਹਨ। ਹੁਣ ਗੱਲ ਕਰਦੇ ਹਾਂ ਕਿ ਮੁਸਲਮਾਨਾਂ ਲਈ ਵੀ ਕੇਸ ਰੱਖਣ ਦਾ ਹੁਕਮ ਹੈ। ਉਹ ਮੁਸਲਮਾਨ ਜੋ ਆਪਣੇ ਨਿਸ਼ਚੇ ਅਨੁਸਾਰ ਰੱਬ ਦੇ ਪ੍ਰੇਮ ਵਿੱਚ ਖਿੱਚੇ ਕਾਬੇ ਨੂੰ ਜਾਣਾ ਚਾਹੁੰਦੇ ਹਨ ਤੇ ਉਹ ਮੂਮਨ ਜੋ ਆਪਣੇ ਗੁਨਾਹਾਂ ਦੇ ਬਖਸ਼ਣ ਦੀ ਕਲਮ ਖਿਚਵਾਉਣੀ ਚਾਹੁੰਦਾ ਹੈ, ਜਦ ਉਹ ਖੁਦਾ ਦੇ ਘਰ ਵੱਲ ਕਦਮ ਉਠਾਏ ਤਾਂ ਉਹਦੇ ਵਾਸਤੇ ਕਿੰਨਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਜੋ ਉਹ ਆਪਣੇ ਮਨੋਰਥ ਵਿੱਚ ਕਾਮਯਾਬ ਹੋਵੇ। ਉਹ ਕਿਹੜੀ ਰਹਿਣੀ ਰਵੇ ਜੋ ਉਸ ਨੂੰ ਖੁਦਾ ਦੀ ਕਿਰਪਾ ਦਾ ਪਾਤਰ ਬਣਨ ਦਾ ਸੁਭਾਗ ਪ੍ਰਾਪਤ ਹੋ ਜਾਵੇ, ਕਿਹੜੀਆਂ ਹਦਾਇਤਾਂ ਤੇ ਅਮਲ ਕਰਨਾ ਚਾਹੀਦਾ ਹੈ ਜੋ ਉਹਦਾ ਹੱਜ ਕਬੂਲ ਹੋ ਜਾਵੇ। ਇਹਨਾਂ ਪ੍ਰਸ਼ਨਾਂ ਦੇ ਉੱਤਰ ਵਿੱਚ ਕੁਰਾਨ ਸ਼ਰੀਫ ਕਹਿੰਦਾ ਹੈ ਕਿ ਵਾਹ ਆਤਮਾਵਾਂ ਅਲਹਜ਼ਵਲ ਉਮਰਾ ਲਿਲ ਹੈ ਫਾਨ ਜਰਾ ਤੁਮ ਫਮਾ। ਇਸ ਦਾ ਅਰਥ ਹੈ ਕਿ ਖੁਦਾ ਦੇ ਘਰ ਦਾ ਹੱਜ ਕਰਨ ਜਾਣ ਵਾਲੇ ਮੁਸਲਮਾਨ ਦੇ ਵਾਸਤੇ ਕੇਸ ਰੱਖਣੇ ਜ਼ਰੂਰੀ ਹਨ। ਉਸ ਨੂੰ ਸਿਰ ਮਨਾਉਣ ਦੀ ਮਨਾਹੀ ਹੈ। ਖੁਦਾ ਨੇ ਆਪਣੇ ਨਬੀਰ ਲਈ ਜੋ ਕੇਸ ਰੱਖਣ ਦਾ ਹੁਕਮ ਦਿੱਤਾ ਹੈ ਉਹ ਸੁੰਦਰਤਾ ਨਾਲ ਵੈਰ ਕਰਕੇ ਨਹੀਂ ਦਿੱਤਾ ਤੇ ਨਾ ਹੀ ਹੱਜ ਕਰਨ ਵਾਲਿਆਂ ਨੂੰ ਇਸ ਕਰਕੇ ਕੇਸ ਮਨਾਉਣ ਦੀ ਮਨਾਹੀ ਹੈ ਕਿ ਖੁਦਾ ਨੂੰ ਫੈਸ਼ਨ ਨਾਲ ਕੋਈ ਵੈਰ ਹੈ, ਬਲਕਿ ਕੇਸ ਤੇ ਰੂਹਾਨੀਅਤ ਮਿਲਵੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਇੱਕ ਦੂਜੇ ਤੋਂ ਅੱਡ ਨਹੀਂ ਕੀਤਾ ਜਾਣਾ ਚਾਹੀਦਾ।
ਕੇਸ ਸ਼ਬਦ ਸੰਸਕ੍ਰਿਤ ਕੇ ਪਲੱਸ ਸੱਸੇ ਪੈਰ ਬਿੰਦੀ ਸ਼ਾਹ ਤੋਂ ਬਣਿਆ ਹੈ ਕਿ ਇਹਦੇ ਅਰਥ ਹਨ ਸਰ ਅਤੇ ਸੱਸੇ ਦੇ ਅਰਥ ਹਨ ਸੁਭਾਇਮਾਨ, ਯਾਨੀ ਜੋ ਸਿਰ ਤੇ ਸੁਭਾਇਮਾਨ ਹੋਣ ਉਹਨਾਂ ਨੂੰ ਕੇਸ ਕਿਹਾ ਜਾਂਦਾ ਹੈ। ਸ਼ਬਦ ਕੇਸ ਬਣਿਆ ਹੈ ਕੇਸ ਧਾਤੂ ਤੋਂ, ਜਿਸ ਦੇ ਅਰਥ ਹਨ ਨੂਰ ਪ੍ਰਕਾਸ਼। ਇਨਸਾਨ ਦੇ ਸਿਰ ਦੇ ਵਾਲਾਂ ਨੂੰ ਇਸ ਕਰਕੇ ਕੇਸ ਕਹਿੰਦੇ ਹਨ ਕਿ ਉਹਨਾਂ ਵਿੱਚੋਂ ਸੁੰਦਰ ਨੂਰ ਪ੍ਰਕਾਸ਼ਮਾਨ ਹੁੰਦਾ ਹੈ। ਇਹ ਮਨੁੱਖ ਦੇ ਅੰਦਰ ਦੇ ਨੂਰ ਦੀ ਰਾਖੀ ਕਰਦੇ ਹਨ, ਇਸ ਕਰਕੇ ਵੀ ਇਹਨਾਂ ਨੂੰ ਕੇਸ ਕਹਿੰਦੇ ਹਨ। ਸੋ ਇਸ ਤੋਂ ਪ੍ਰਗਟ ਹੁੰਦਾ ਹੈ ਕਿ ਜਿੱਥੇ ਪ੍ਰਾਚੀਨ ਕਾਲ ਦੇ ਆਤਮਦਰਸ਼ੀ ਕੇਸਾਂ ਨੂੰ ਨੂਰ ਤੇ ਸੁੰਦਰਤਾ ਦਾ ਸਮਾਂ ਸਮਝਦੇ ਸੀ, ਉੱਥੇ ਅੱਜ ਕੱਲ੍ਹ ਦੇ ਪੱਛਮੀ ਮਾਧਾਪ੍ਰਸਤ ਜਗਤ ਆਪਣੀ ਉੱਚ ਦਿਮਾਗੀ ਦੇ ਵੇਲੇ ਜਦ ਕਿ ਮਾਧਾਪ੍ਰਸਤੀ ਹੀ ਉਹਨਾਂ ਦੇ ਜੀਵਨ ਦਾ ਇੱਕ ਤਰ੍ਹਾਂ ਨਾਲ ਮੁੱਖ ਕੰਮ ਬਣ ਗਿਆ ਹੈ, ਕੇਸਾਂ ਨੂੰ ਸੁੰਦਰਤਾ ਵਧਾਉਣ ਵਾਲੀ ਚੀਜ਼ ਸਮਝਦੇ ਹਨ। ਸੋ ਉੱਪਰ ਲਿਖੇ ਪ੍ਰਮਾਣਾਂ ਤੋਂ ਰੱਬ ਦੇ ਘਰ ਮੱਕੇ ਵਿੱਚ ਜਦ ਕੇਸਾਂ ਸਣੇ ਜਾਣ ਦਾ ਹੁਕਮ ਹੈ ਤਾਂ ਬਹਿਸ਼ਤਾਂ ਵਿੱਚ ਵੀ ਕੇਸਾਂ ਵਾਲਿਆਂ ਨੂੰ ਹੀ ਢੋਈ ਮਿਲੇਗੀ। ਇਹਨਾਂ ਤੋਂ ਸਿੱਧ ਹੁੰਦਾ ਹੈ ਕਿ ਮੁਸਲਮਾਨਾਂ ਲਈ ਵੀ ਕੇਸ ਰੱਖਣੇ ਜ਼ਰੂਰੀ ਹਨ ਤੇ ਕੇਸਾਂ ਦੇ ਰੱਖਣ ਕਰਕੇ ਹੀ ਖੁਦਾ ਦਾ ਦੀਦਾਰ ਹੋ ਸਕਦਾ ਹੈ। ਫਿਰ ਉਸ ਤੋਂ ਅੱਗੇ ਗੱਲ ਕਰਦੇ ਹਾਂ ਈਸਾਈਆਂ ਲਈ ਕੇਸ ਰੱਖਣੇ ਕਿਵੇਂ ਜ਼ਰੂਰੀ ਹਨ। ਥੋੜ੍ਹੇ ਦਿਨ ਹੋਏ ਅਮਰੀਕਾ ਦੇ ਇੱਕ ਮਾਹਵਾਰੀ ਰਸਾਲੇ ਵਿੱਚ ਇੱਕ ਬਿਆਨ ਪ੍ਰਕਾਸ਼ਿਤ ਹੋਇਆ ਹੈ। ਇਹ ਬਿਆਨ ਉਸ ਆਦਮੀ ਦਾ ਹੈ ਜੋ ਹਜ਼ਰਤ ਈਸਾ ਦੇ ਵੇਲੇ ਮੌਜੂਦ ਸੀ ਤੇ ਇਹ ਉਸ ਵਕਤ ਉਸ ਇਲਾਕੇ ਦਾ ਗਵਰਨਰ ਸੀ ਜਿਸ ਇਲਾਕੇ ਵਿੱਚ ਕਿ ਹਜ਼ਰਤ ਈਸਾ ਪ੍ਰਚਾਰ ਕਰ ਰਹੇ ਸੀ। ਇਹ ਜਦ ਪੈਨਸ਼ਨ ਲੈ ਕੇ ਗਵਰਨਰੀ ਤੋਂ ਹਟ ਕੇ ਘਰ ਆਇਆ ਤਦ ਉੱਥੋਂ ਦੇ ਬਾਦਸ਼ਾਹ ਨੇ ਇਸ ਨੂੰ ਇਤਬਾਰੀ ਜਾਣ ਕੇ ਚਿੱਠੀ ਲਿਖੀ ਕਿ ਹਜ਼ਰਤ ਈਸਾ ਬਾਬਤ ਮੇਰੇ ਪਾਸ ਕਈ ਸ਼ਿਕਾਇਤਾਂ ਆਈਆਂ ਹਨ, ਤੁਸੀਂ ਆਪ ਉਹਨਾਂ ਨੂੰ ਜਾ ਕੇ ਵੇਖੋ ਤੇ ਉਹਨਾਂ ਦੀ ਬਾਬਤ ਅਸਲੀ ਹਾਲ ਦੀ ਰਿਪੋਰਟ ਭੇਜੋ। ਇਹ ਗਵਰਨਰ ਹਜ਼ਰਤ ਈਸਾ ਪਾਸ ਗਿਆ, ਉਹਨਾਂ ਨੂੰ ਮਿਲਿਆ ਤੇ ਉਹਨਾਂ ਦੇ ਲੈਕਚਰ ਸੁਣ ਕੇ ਰਿਪੋਰਟ ਭੇਜੀ। ਇਸ ਗਵਰਨਰ ਦੀ ਰਿਪੋਰਟ ਇੰਜ ਸ਼ੁਰੂ ਹੁੰਦੀ ਹੈ, ਇਸ ਆਦਮੀ ਯਾਨੀ ਹਜ਼ਰਤ ਈਸਾ ਦਾ ਕੱਦ ਸ਼ਰੀਫਾਨਾ ਤੇਜਸਵੀ ਹੈ, ਇਸ ਦੀ ਸ਼ਕਲ ਸੂਰਤ ਦਰਸ਼ਨੀ ਹੈ, ਇਹਦੇ ਵਿੱਚ ਇੰਨਾ ਤੇਜ ਤੇ ਜਲਾਲ ਹੈ ਕਿ ਜੇ ਕੋਈ ਇਹਦੇ ਵੱਲ ਨਜ਼ਰ ਭਰ ਕੇ ਵੇਖਦਾ ਹੈ ਤਾਂ ਉਹ ਆਪਣੇ ਤੋਂ ਬਾਹਰ ਹੋ ਕੇ ਇਸ ਦੀ ਪ੍ਰਸ਼ੰਸਾ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਸ ਦੇ ਕੇਸ ਪੂਰੇ ਸ਼ਾਹਬਲੂਤ ਦੀ ਤਰ੍ਹਾਂ ਕਾਲੇ ਰੰਗ ਦੇ ਹਨ ਤੇ ਕੰਨਾਂ ਤੋਂ ਲੈ ਕੇ ਹੇਠਲੇ ਪਾਸੇ ਮੋਢਿਆਂ ਤੀਕਣ ਇਹਨਾਂ ਦਾ ਰੰਗ ਮਟਿਆਲਾ ਹੈ ਤੇ ਇਹਨਾਂ ਵਿੱਚ ਇੱਕ ਖਾਸ ਚਮਕ ਹੈ ਅਤੇ ਨਾਸਰੀ ਲੋਕਾਂ ਦੀ ਤਰ੍ਹਾਂ ਇਹ ਵੀ ਵਿੱਚੋਂ ਵੰਡੇ ਹੋਏ ਹਨ, ਅਰਥਾਤ ਇਹਨਾਂ ਵਿੱਚ ਮਾਂਗ ਯਾਨੀ ਚੀਰ ਕੱਢੀ ਹੋਈ ਹੈ। ਇਸ ਦਾ ਮੱਥਾ ਬਹੁਤ ਸਾਫ਼ ਸ਼ਫਾਫ ਹੈ, ਚਿਹਰੇ ਤੇ ਨਾ ਕੋਈ ਝੁਰੀ ਹੈ, ਨਾ ਕਿਸੇ ਤਰ੍ਹਾਂ ਦਾ ਦਾਗ ਜਾਂ ਧੱਬਾ ਹੈ। ਇਸ ਦਾ ਰੰਗ ਮਾਮੂਲੀ ਜਿਹਾ ਗੰਧਮ ਰੰਗਾ ਹੈ। ਨੱਕ ਦੇ ਹੋਂਠਾਂ ਵਿੱਚ ਕਿਸੇ ਸਿਆਣੇ ਆਦਮੀ ਨੂੰ ਕੋਈ ਨੁਕਸ ਮਾਲੂਮ ਨਹੀਂ ਹੁੰਦਾ। ਇਸ ਦੀ ਦਾੜੀ ਸੋਹਣੀ ਹੈ, ਸਿਰ ਦੇ ਵਾਲਾਂ ਦੀ ਤਰ੍ਹਾਂ ਲੰਮੀ ਹੈ ਤੇ ਵਿੱਚੋਂ ਮੰਗ ਕੱਢੀ ਹੋਈ ਨਹੀਂ। ਹਜ਼ਰਤ ਈਸਾ ਜੀ ਨੂੰ ਅੱਖੀਂ ਵੇਖਣ ਵਾਲੇ ਦੇ ਬਿਆਨ ਦੱਸਦੇ ਹਨ ਕਿ ਇਹਨਾਂ ਦੇ ਸਿਰ ਤੇ ਕੇਸ ਸਨ ਤੇ ਦਾੜੀ ਮੁੱਛਾਂ ਪੂਰੀਆਂ ਸਨ, ਇਹਨਾਂ ਵਿੱਚ ਕਿਸੇ ਤਰ੍ਹਾਂ ਦੀ ਕੱਟ ਵੱਢ ਨਹੀਂ ਸੀ ਹੋਈ। ਗਵਰਨਰ ਨੇ ਆਪਣੇ ਬਿਆਨ ਵਿੱਚ ਹਜ਼ਰਤ ਈਸਾ ਦੇ ਕੇਸਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਇਹਨਾਂ ਦੇ ਕੇਸ ਨਸਰਾਨੀਆਂ ਦੀ ਤਰ੍ਹਾਂ ਸਨ। ਨਸਰਾਨੀ ਦੇ ਅਰਥ ਹਨ ਸ਼ਰਾਬ ਨਾ ਪੀਣ ਵਾਲਾ ਤੇ ਜਿਸ ਨੇ ਕਿਤੇ ਵੀ ਉਸ ਤਰ੍ਹਾਂ ਨਾ ਫੇਰਿਆ ਹੋਵੇ। ਸੋ ਉਪਰੋਕਤ ਪ੍ਰਮਾਣਾਂ ਤੋਂ ਪਾਠਕਾਂ ਨੂੰ ਵਿਦਿਤ ਹੋ ਗਿਆ ਹੋਵੇਗਾ ਕਿ ਈਸਾ ਜੀ ਦੇ ਸਿਰ ਤੇ ਕੇਸ ਸਨ ਜੋ ਕਿ ਉਹਨਾਂ ਦੀਆਂ ਮੂਰਤਾਂ ਤੋਂ ਵੀ ਦਿਸ ਰਹੇ ਹਨ। ਸੋ ਜਦ ਈਸਾ ਨੇ ਕੇਸ ਰੱਖੇ ਹਨ ਤੇ ਕੁਦਰਤੀ ਚੀਜ਼ਾਂ ਨਾਲ ਪਿਆਰ ਕਰਕੇ ਰੱਬ ਦਾ ਹੁਕਮ ਮੰਨਿਆ ਹੈ ਤਾਂ ਬਾਕੀ ਈਸਾਈ ਕੌਮ ਜੋ ਕਿ ਉਹਨਾਂ ਦਾ ਨਾਮ ਹਰ ਵਕਤ ਲੈਂਦੀ ਹੈ, ਉਹਨਾਂ ਲਈ ਵੀ ਕੇਸ ਰੱਖਣੇ ਜ਼ਰੂਰੀ ਹਨ ਤੇ ਸਭਨਾਂ ਨੂੰ ਰੱਖਣੇ ਚਾਹੀਦੇ ਹਨ। ਜੇ ਨਾ ਰੱਖਣ ਤਾਂ ਈਸਾ ਦੀ ਕਰੋਪੀ ਜ਼ਰੂਰ ਉਹਨਾਂ ਪਰ ਹੋਵੇਗੀ। ਸੋ ਜਿਹੜੇ ਪੁਰਸ਼ ਕੁਦਰਤ ਕਾਨੂੰਨ ਨੂੰ ਛੱਡ ਕੇ ਕੇਸ ਮੁੰਨਦੇ ਰਹਿੰਦੇ ਹਨ ਉਹ ਕੁਦਰਤ ਕਾਨੂੰਨ ਦੇ ਉਲਟ ਚੱਲਦੇ ਹਨ। ਜਿਉਂ-ਜਿਉਂ ਇਹ ਕੇਸਾਂ ਨੂੰ ਮੁੰਨਦੇ ਹਨ ਉਹ ਫਿਰ ਆ ਜਾਂਦੇ ਹਨ, ਆਖਰ ਮੁੰਨਣ ਵਾਲੇ ਮਰ ਕੇ ਬਸ ਹੋ ਜਾਂਦੇ ਹਨ। ਸੋ ਜੇ ਉਹਨਾਂ ਆਉਣੋਂ ਹਟਣਾ ਹੀ ਨਹੀਂ ਤਾਂ ਕੇਸ ਕਿਉਂ ਮਨਾਈਏ, ਕਦੀ ਭੁੱਲ ਕੇ ਵੀ ਨਾ ਮਨਾਈਏ, ਸਦਾ ਹੀ ਜਿਉਂ ਕਿ ਤਿਉਂ ਰਹੀਏ। ਅੱਜ ਕੱਲ੍ਹ ਬਹੁਤੇ ਲੋਕ ਕੇਸਾਂ ਨੂੰ ਇੱਕ ਤਰ੍ਹਾਂ ਦਾ ਬੋਝ ਸਮਝਦੇ ਹਨ, ਪਰ ਉਹ ਇਹ ਨਹੀਂ ਖਿਆਲ ਕਰਦੇ ਕਿ ਜੇਕਰ ਸਰੀਰ ਤੇ ਬਾਹਾਂ ਦਾ ਭਾਰ ਤੇ ਹੋਰ ਅੰਗਾਂ ਦਾ ਭਾਰ ਮਾਲੂਮ ਨਹੀਂ ਹੁੰਦਾ ਤਾਂ ਕੇਸਾਂ ਦਾ ਭਾਰ ਕਿਸ ਤਰ੍ਹਾਂ ਹੋ ਸਕਦਾ ਹੈ। ਵਾਹਵਾ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਕੁਦਰਤ ਦੇ ਨਾਲ ਚੱਲਣ ਦਾ ਹੁਕਮ ਦਿੱਤਾ ਤੇ ਕਿਹਾ ਹੈ ਭਾਈ ਕੇਸ ਕੁਦਰਤੀ ਹਨ ਸੋ ਇਹਨਾਂ ਨੂੰ ਜ਼ਰੂਰ ਰੱਖਣਾ। ਕੇਸਾ ਕਾ ਕਾਰ ਚਵਰ ਢਲਾਵਾ ਚਰਨ ਧੂੜ ਮੁਖ ਲਾਈ। ਜਦ ਗੁਰਸਿੱਖਾਂ ਦਾ ਰੋਮ ਰੋਮ ਹਰੀ ਦਾ ਨਾਮ ਧਿਆ ਰਿਹਾ ਹੈ ਤੇ ਉਹਨਾਂ ਰੋਮਾਂ ਨੂੰ ਕੱਟਣਾ ਕਿਉਂ। ਸਾਹਿਬ ਕਲਗੀਧਰ ਜੀ ਨੇ ਪਹਾੜੀ ਰਾਜਿਆਂ ਨੂੰ ਜਦੋਂ ਕਿ ਭੀਮ ਚੰਦ ਕਹਿਲੂਰੀਆ ਪ੍ਰਸ਼ਾਦੀ ਹਾਥੀ ਤੇ ਚਾਂਦਨੀ ਆਦਿਕ ਹੋਰ ਸਮਾਨ ਮੰਗਦਾ ਸੀ
ਤਾਂ ਗੁਰੂ ਜੀ ਨੇ ਕਿਹਾ ਸੀ ਇਹ ਸਭ ਚੀਜ਼ਾਂ ਸੰਗਤ ਦੀਆਂ ਹਨ ਤੇ ਤੁਸੀਂ ਉਸ ਸੰਗਤ ਵਿੱਚ ਰਲ ਕੇ ਸਿੱਖ ਬਣ ਕੇ ਇਹ ਚੀਜ਼ਾਂ ਲੈ ਸਕਦੇ ਹੋ। ਯਾਨੀ ਇਹ ਉਪਦੇਸ਼ ਦਿੱਤਾ ਸੀ, ਖੜਗ ਧਾਰ ਅਸ ਤੁਜ ਪਗ ਲਾਗੋ, ਜਟਾ ਜੂਟ ਰਹਿਬੋ ਅਨੁਰਾਗੋ। ਪਰ ਉਹ ਭੀਮ ਚੰਦ ਤੇ ਉਸਦੇ ਹੋਰ ਸਾਥੀ ਨਾ ਮੰਨੇ, ਸਗੋਂ ਯੁੱਧ ਕਰਨੇ ਸ਼ੁਰੂ ਕਰ ਦਿੱਤੇ ਤੇ ਹਾਰ ਪ੍ਰਾਪਤ ਕੀਤੀ। ਇਤਿਹਾਸਿਕ ਪ੍ਰਸੰਗਾਂ ਤੋਂ ਪਤਾ ਲੱਗਦਾ ਹੈ ਕਿ ਹਰ ਇੱਕ ਪ੍ਰਾਣੀ ਮਾਤਰ ਲਈ ਤੇ ਗੁਰੂ ਸਿੱਖਾਂ ਲਈ ਖਾਸ ਹੀ ਜ਼ਰੂਰੀ ਕੇਸ ਧਾਰਨ ਕਰਨੇ ਜ਼ਰੂਰੀ ਹਨ। ਇਸੇ ਵਾਸਤੇ ਗੁਰੂ ਜੀ ਨੇ ਪਹਿਲਾ ਕੱਕਾ ਕੇਸ ਗੁਰੂ ਸਿੱਖਾਂ ਨੂੰ ਧਾਰਨ ਕਰਵਾਇਆ ਹੈ। ਸੋ ਦੋਸਤੋ, ਇਹ ਸੀ ਪੂਰੀ ਵਿਆਖਿਆ ਕੇਸਾਂ ਦੀ। ਬਾਕੀ ਈਸਾਈਆਂ ਤੇ ਮੁਸਲਮਾਨਾਂ ਬਾਰੇ ਹੋਰ ਵੀ ਕਾਫੀ ਪ੍ਰਮਾਣ ਦਿੱਤੇ ਸਨ, ਪਰ ਜੇ ਉਹ ਦੇਣ ਲੱਗ ਪੈਂਦੇ ਤਾਂ ਫਿਰ ਵੀਡੀਓ ਬਹੁਤ ਲੰਮੀ ਹੋ ਜਾਣੀ ਸੀ। ਸੋ ਇਸ ਲਈ ਆਪਣਾ ਮਕਸਦ ਸਿਰਫ ਇੰਨਾ ਦੱਸਣਾ ਬਣਦਾ ਸੀ ਕਿ ਈਸਾਈਆਂ, ਮੁਸਲਮਾਨਾਂ ਤੇ ਹਿੰਦੂਆਂ ਲਈ ਕੇਸ ਰੱਖਣੇ ਕਿਵੇਂ ਜ਼ਰੂਰੀ ਹਨ। ਸੋ ਦੋਸਤੋ, ਇਸ ਵੀਡੀਓ ਨੂੰ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਉਹਨਾਂ ਨੂੰ ਵੀ ਕੇਸਾਂ ਦੀ ਇਸ ਮਹੱਤਤਾ ਦਾ ਪਤਾ ਲੱਗ ਸਕੇ। ਸੋ ਵੀਡੀਓ ਨੂੰ ਪੂਰਾ ਦੇਖਣ ਲਈ